ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੋਹਨ ਭਾਗਵਤ ਦੇ ਬਿਆਨ ਬਾਰੇ, ਕਿਉਂਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਚਰਚਾ ਕੀਤੀ ਜਾ ਰਹੀ ਹੈ, ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇੱਦਾਂ ਵੀ ਕਿਹਾ ਜਾ ਸਕਦਾ ਕਿ ਇੱਕ ਵਾਰ ਫਿਰ ਤੋਂ ਨਵਾਂ ਮੁੱਦਾ ਮਿਲ ਗਿਆ। ਦੂਸਰੇ ਪਾਸੇ ਅਫਗਾਨਿਸਤਾਨ ਦੀ ਗੱਲ ਵੀ ਅੱਜ ਇਸ ਪ੍ਰੋਗਰਾਮ ਵਿੱਚ ਕੀਤੀ ਜਾਵੇਗੀ ਤੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਹੁਣ ਮੁੱਦਾ ਉਭਾਰ ਰਹੀਆਂ। ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਨਾਮਵਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪੰਨੂ ਸਾਹਿਬ, ਖਬਰਾਂ ਤੇ ਚਰਚਾ ਵੀ ਕਰਨੀ ਹੈ ਸਾਰੀਆਂ, ਤੇ ਉਸ ਤੋਂ ਪਹਿਲਾਂ ਇੱਕ ਬਾਬਾ ਪਿਆਰਾ ਸਿੰਘ ਭਨਿਆਰੇ ਵਾਲਾ ਸੀਗਾ ਨਾਮ, ਮਾਮਲਾ ਅਦਾਲਤ ਵਿੱਚ ਹੈ ਤੇ ਇਸ ਕੇਸ ਦੀ ਹੁਣ ਸੁਣਵਾਈ ਹੋਣੀ ਹੈ। ਇਹ ਮਾਮਲਾ ਕੀ ਸੀਗਾ ਤੇ ਸੁਣਵਾਈ ਕੀ ਹੈ? ਮੈਨੂੰ ਪਤਾ ਨਹੀਂ ਉਹਨੂੰ ਭਨਿਆਰੇ ਵਾਲਾ ਜਾਂ ਭਨਿਆਰਾ ਕਿਉਂ ਕਹਿੰਦੇ ਆ। ਹੋ ਸਕਦਾ ਉਹਦਾ ਕੋਈ ਸਰਨੇਮ, ਉਹਦੀ ਕੋਈ ਉਪਜਾਤ, ਸਬ ਕਾਸਟ ਵਗੈਰਾ ਹੋਵੇ। ਉਹ ਜੰਗਲਾਤ ਮਹਿਕਮੇ 'ਚ ਸੇਵਾਦਾਰ ਹੁੰਦਾ ਸੀ। ਉਹਦਾ ਕੰਮ ਸੀ ਬੂਟਿਆਂ ਦੀ ਸੰਭਾਲ ਕਰਨੀ, ਜੰਗਲੀ ਜੀਵਾਂ ਦੀ ਰਾਖੀ ਕਰਨੀ, ਸ਼ਿਕਾਰੀਆਂ ਨੂੰ ਰੋਕਣਾ। ਉਹਦਾ ਬਾਪ ਇੱਕ ਪੀਰ ਦੀ ਮਜ਼ਾਰ ਦੇ ਉੱਤੇ ਸੇਵਾ ਕਰਦਾ ਹੁੰਦਾ ਸੀ। ਬਾਪ ਮਰ ਗਿਆ, ਲੋਕਾਂ ਨੇ ਇਹਨੂੰ ਆਖਿਆ ਤੂੰ ਕਰਿਆ ਕਰ, ਸੇਵਾ ਕਰਨ ਲੱਗ ਪਿਆ। ਫਿਰ ਇਹ ਡਿਊਟੀ 'ਤੇ ਜਾਣੋਂ ਹਟ ਗਿਆ ਤੇ ਉੱਥੇ ਹੀ ਬੈਠੇ ਰਹਿਣਾ। ਮਹਿਕਮੇ ਨੇ ਮਹੀਨੇ ਪਿੱਛੋਂ ਇਹਨੂੰ ਤਨਖਾਹ ਘੱਲ ਦੇਣੀ। ਜਦੋਂ ਇਹਦੀ ਜਿਹੜੀ ਲੋਕਾਂ ਦੀ ਗਿਣਤੀ ਸੀ ਪੈਰੋਕਾਰਾਂ ਦੀ, ਉਹ ਵੱਧ ਗਈ। ਫਿਰ ਉਹ ਦਿਨ ਆਏ ਕਿ ਜ਼ਿਲ੍ਹੇ ਦਾ ਜਿਹੜਾ ਜੰਗਲਾਤ ਮਹਿਕਮੇ ਦਾ ਅਫਸਰ ਹੁੰਦਾ ਸੀ, ਡਿਪਟੀ ਕਮਿਸ਼ਨਰ ਦੇ ਬਰਾਬਰ ਹੁੰਦਾ ਜੀ, ਉਹਨੇ ਆਉਣਾ, ਆ ਕੇ ਦੇ ਸਾਹਮਣੇ ਹੱਥ ਜੋੜ ਕੇ ਬੈਠ ਜਾਣਾ। ਕਿੰਨੀ ਦੇਰ ਉਹਨੇ ਜੋ ਇਹ ਮਾੜਾ ਚੰਗਾ ਬੋਲਦਾ ਸੁਣੀ ਜਾਣਾ। ਮੁੜ ਕੇ ਇਹਦੇ ਪੈਰਾਂ ਦੇ ਲਾਗੇ ਇੱਕ ਲਿਫਾਫਾ ਰੱਖਣਾ ਸੈਲਰੀ ਵਾਲਾ। ਹੌਲੀ ਹੌਲੀ ਡਰਦੇ ਨੇ ਇਹਦੇ ਅੱਗੇ ਰਜਿਸਟਰ ਰੱਖ ਕੇ ਆਖਣਾ ਜੀ ਇੱਥੇ ਜਰਾ ਦਸਤਖਤ ਕਰ ਦਿਓ। ਕਾਗਜ਼ਾਂ 'ਚ ਡਿਊਟੀ ਪਾਉਂਦੇ ਸੀ, ਬਾਬੇ ਨੂੰ ਤਨਖਾਹ ਦੇ ਆਉਂਦੇ ਸੀ। ਤਨਖਾਹ ਸੇਵਾਦਾਰ ਦੀ, ਪਰ ਉੱਦਾਂ ਬਾਬੇ ਕੋਲ 100-150 ਸੇਵਾਦਾਰ ਉੱਦਾਂ ਹੀ ਸੀ ਘਰੇ ਫਿਰਨ ਵਾਸਤੇ। ਮੈਨੂੰ ਸਮਝ ਲੱਗ ਗਈ ਜਦੋਂ ਇੰਨੀ ਉਹਨੂੰ ਕਮਾਈ ਹੋਣ ਲੱਗ ਪਈ, ਉਹਦਾ ਡੇਰਾ ਐਡਾ ਚੱਲ ਪਿਆ, ਉਹਦੇ ਕੋਲ ਮੰਤਰੀ ਵੀ ਆਉਣ ਲੱਗ ਪਏ। ਉਹ 2-4 ਹਜ਼ਾਰ ਰੁਪਏ ਦੀ ਉਦੋਂ ਤਨਖਾਹ ਹੁੰਦੀ ਸੀਗੀ ਸੇਵਾਦਾਰ ਦੀ ਜੀ। ਉਹਦਾ ਮੋਹ ਉਦੋਂ ਵੀ ਨਹੀਂ ਛੱਡ ਸਕਿਆ, ਯਾਨੀ ਪੈਸੇ ਦਾ ਇੰਨਾ ਕੁ ਲਾਲਚ ਸੀ। ਫਿਰ ਕਿਸੇ ਦੇ ਚੁੱਕਿਆਂ ਚੁਕਾਇਆ ਉਹਨੇ ਇੱਕ ਭਵ ਸਾਗਰ ਸਮੁੰਦਰ ਅੰਮ੍ਰਿਤ ਬਾਣੀ ਗ੍ਰੰਥ ਲਿਖਤਾ। ਉਹ ਗ੍ਰੰਥ ਦੇ ਉੱਤੇ ਰੌਲਾ ਪੈ ਗਿਆ। ਉਹ 'ਚ ਉਹਨੇ ਆਪਣੇ ਨਾਲ ਕਈ ਲੀਡਰਾਂ ਦੀਆਂ ਫੋਟੋ ਲਾਤੀਆਂ। ਬਾਕੀ ਸਾਰੇ ਚੁੱਪ ਕਰ ਗਏ, ਹਜਮ ਕਰ ਗਏ। 4-5 ਫੋਟੋ ਵਿੱਚ ਲੱਗੀਆਂ ਸੀ ਅਕਾਲੀ ਲੀਡਰਾਂ ਦੀਆਂ ਜੀ। ਉੱਤੋਂ ਰੌਲਾ ਪੈ ਗਿਆ ਕਿ ਇਹ ਅਕਾਲ ਤਖਤ ਨੂੰ ਮੰਨਦੇ ਆ ਕਿ ਭਨਿਆਰੇ ਵਾਲੇ ਸਾਧ ਵਰਗਿਆਂ ਨੂੰ ਮੰਨਦੇ ਆ। ਇਹ ਪਹਿਲਾਂ ਤਾਂ ਨਹੀਂ ਜੀ ਉੱਦਾਂ ਗਏ ਸਾਂ। ਫਿਰ ਫੋਟੋ ਆਈਆਂ ਕਿ ਉਹਦੇ ਚਰਨਾਂ 'ਚ ਬੈਠੇ ਆ ਜੀ। ਇਹਨਾਂ ਮਾਫੀ ਮੰਗ ਲਈ ਜੀ, ਅੱਗੇ ਤੋਂ ਨਹੀਂ ਜਾਂਦੇ। ਬਾਕੀਆਂ ਨੂੰ ਵੀ ਲਿਖ ਕੇ ਲੋਕੀ ਘੇਰ ਕੇ ਖਲੋਣ ਲੱਗ ਪਏ, ਤੁਸੀਂ ਉੱਥੇ ਕੀ ਲੈਣ ਗਏ ਸੀ, ਤੁਸੀਂ ਕੀ ਲੈਣ ਗਏ ਸੀ। ਇੱਕ ਇੱਥੇ ਜਲੰਧਰ ਦੇ ਵਿੱਚ ਸਾਬਕਾ ਮੰਤਰੀ ਹੁੰਦਾ ਸੀ, ਉਦੋਂ ਪਹਿਲਾਂ ਵੀ ਮੰਤਰੀ ਰਿਹਾ, ਬਾਅਦ 'ਚ ਵੀ ਬਣ ਗਿਆ ਸੀ, ਚੌਧਰੀ ਜਗਜੀਤ ਸਿੰਘ। ਉਹਨੂੰ ਪੁੱਛਿਆ ਗਿਆ ਇੱਥੇ ਜਲੰਧਰ 'ਚ, ਕਹਿੰਦਾ ਮੈਂ ਗਿਆ ਸੀ, ਮੈਂ ਆ ਪਬਲਿਕ ਦਾ ਲੀਡਰ, ਜਿੱਥੇ ਪਬਲਿਕ ਜਾਂਦੀ ਹੈ ਮੈਂ ਜਾਂਦਾ, ਤੇ ਮੈਂ ਇਕੱਲਾ ਨਹੀਂ ਜਾਂਦਾ, ਪੰਜਾਬ ਦਾ ਹਰ ਲੀਡਰ ਜਾਂਦਾ ਜੀ। ਕਹਿੰਦਾ ਸਾਡੇ ਪਿੰਡਾਂ ਦੇ ਵਿੱਚ ਡੇਰੇ ਬਣੇ ਆ, ਕਿਤੇ ਬਾਬਾ ਬੋੜ ਸ਼ਾਹ, ਕਿਤੇ ਬਾਬਾ ਪਿੱਪਲ ਸ਼ਾਹ, ਕਿਤੇ ਬਾਬਾ ਧਤੂਰੇ ਸ਼ਾਹ, ਕਿਤੇ ਗੁੱਗਾ ਪੂਜਾ ਜਾ ਰਿਹਾ, ਕਿਤੇ ਕੁਝ ਆ। ਉਹ ਕੋਈ ਇਤਿਹਾਸਿਕ ਥਾਂ ਹੈ? ਉਹ ਕਹਿੰਦਾ ਇਹੋ ਜਿਹੀਆਂ ਥਾਵਾਂ ਵੀ ਨੇ ਜਿੱਥੇ ਲੋਕੀ ਸ਼ਰਾਬ ਚੜਾਉਂਦੇ, ਕਿਉਂਕਿ ਉੱਥੇ ਪਬਲਿਕ ਇਕੱਠੀ ਹੁੰਦੀ ਹੈ। ਪਬਲਿਕ ਕਹਿੰਦੀ ਹੈ ਜੀ ਸਾਡੀ ਮਾਨਤਾ, ਅਸੀਂ ਉਹਨਾਂ ਦੀ ਮਾਨਤਾ ਦਾ ਵਿਰੋਧ ਨਹੀਂ ਕਰਦੇ, ਅਸੀਂ ਚਲੇ ਜਾਂਦੇ ਹਾਂ। ਕਹਿੰਦਾ ਇੱਕ ਵੀ ਕਾਂਗਰਸੀ, ਇੱਕ ਵੀ ਅਕਾਲੀ, ਇੱਕ ਵੀ ਭਾਰਤੀ ਜਨਤਾ ਪਾਰਟੀ ਦਾ ਲੀਡਰ ਦੱਸੇ ਜਿਹੜਾ ਇਹਨਾਂ ਥਾਵਾਂ 'ਤੇ ਨਾ ਗਿਆ ਹੋਵੇ ਜੀ। ਉਦੋਂ ਅਜੇ ਆਮ ਆਦਮੀ ਪਾਰਟੀ ਨਹੀਂ ਸੀ ਬਣੀ, ਇਸ ਕਰਕੇ ਇਹਦਾ ਨਾਂ ਨਹੀਂ ਲਿਆ, ਤੇ ਪੀਪਲਸ ਪਾਰਟੀ ਵੀ ਨਹੀਂ ਸੀ ਬਣੀ। ਉਹਨੇ ਸਾਰੇ ਜਾਂਦੇ, ਮੁਕਰਦਾ ਕੌਣ ਹੈ? ਇਹ ਮੁਕਰਨਾ ਮੇਰੇ ਸਾਹਮਣੇ। ਕਹਿੰਦਾ ਕੌਣ ਨਹੀਂ ਗਿਆ? ਤੇ ਸਾਰੇ ਚੁੱਪ ਹਟ ਗਏ। ਉਹਦੇ ਦੌਰਾਨ ਜਦੋਂ ਟਕਰਾਅ ਵਧਿਆ, ਅਚਾਨਕ ਇੱਥੇ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਥਾਂ ਤੋਂ, ਇੱਕ ਪਿੰਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਜੀ। ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਕੇ ਤੇ ਫਿਰ ਇੱਕ ਨੇੜਲੇ ਪਿੰਡ ਦੇ ਬੱਸ ਅੱਡੇ ਤੇ ਜਾ ਕੇ ਅੱਗ ਲਾ ਕੇ ਸਾੜ ਦਿੱਤੀ ਗਈ। ਉਸ ਕੇਸ ਦੇ ਵਿੱਚ ਪਿਆਰਾ ਸਿੰਘ ਭਨਿਆਰੇ ਵਾਲੇ ਦੇ ਉੱਤੇ ਮੁਕੱਦਮਾ ਬਣਿਆ, 8-9 ਜਣਿਆਂ ਹੋਰਨਾਂ ਤੇ ਬਣਿਆ।
ਉਹ ਮੁਕੱਦਮਾ ਜਿਹੜਾ ਚੱਲਿਆ ਉਹਦੇ 'ਚ ਪਿਆਰਾ ਸਿੰਘ ਭਨਿਆਰੇ ਵਾਲੇ ਨੂੰ ਵੀ ਸਜ਼ਾ ਹੋ ਗਈ, ਸ਼ਾਇਦ 3 ਸਾਲ ਹੋਈ ਸੀ। ਉਹਦੇ ਨਾਲ ਦੇ 3 'ਚੋਂ ਵੀ ਹੋ ਗਈ ਤੇ 5 ਬੰਦੇ ਬਰੀ ਹੋ ਗਏ। ਜਿਨ੍ਹਾਂ ਨੂੰ ਸਜ਼ਾ ਹੋਈ ਸੀ ਉਹਨਾਂ ਨੇ ਅਪੀਲ ਪਾਤੀ ਕਿ ਸਾਨੂੰ ਨਹੀਂ ਹੋਣੀ ਚਾਹੀਦੀ। ਦੂਸਰੇ ਪਾਸੇ ਸਿੱਖ ਸੰਸਥਾਵਾਂ ਨੇ ਤੇ ਪੰਜਾਬ ਸਰਕਾਰ ਨੇ ਅਪੀਲ ਪਾਤੀ ਕਿ ਸਜ਼ਾ ਥੋੜੀ ਜਿਹੀ ਵੱਧ ਚਾਹੀਦੀ ਜੀ। ਇਹ ਪਹਿਲਾ ਮੌਕਾ ਸੀ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਇਹ ਮੰਗ ਉੱਠੀ ਕਿ ਜਿਹੜਾ ਇਦਾਂ ਦਾ ਕੇਸ ਹੋਵੇ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਲਿਵਿੰਗ ਗੁਰੂ ਹੈ ਜੀ, ਜਾਗਤ ਜੋਤ ਗੁਰੂ ਹੈ ਤੇ ਇੱਕ ਕਿਸਮ ਦੀ ਪ੍ਰਗਟ ਗੁਰਾਂ ਕੀ ਦੇਹ ਦਾ ਕਤਲ ਹੈ। ਵਕੀਲਾਂ ਤੋਂ ਰਾਏ ਮੰਗੀ ਗਈ। ਵਕੀਲ ਹੁੰਦੇ ਸੀ ਤੀਰਥ ਸੋਹਰੀਏ ਜਲੰਧਰ ਦੇ, ਉਹਨਾਂ ਨੇ ਆਖਿਆ ਇਹ ਨਾ ਕੰਮ ਕਰਿਓ, ਕਿਉਂਕਿ ਕਿਸੇ ਵੀ ਕਤਲ ਦੀ ਸਜ਼ਾ ਇੱਕ ਵਾਰ ਹੋ ਸਕਦੀ ਹੈ। ਜੇ ਤੁਸੀਂ ਲਿਵਿੰਗ ਗੁਰੂ ਦੀ ਪ੍ਰਗਟ ਗੁਰੂਆਂ ਦੀ ਦੇਹ ਦਾ ਕਤਲ ਇੱਕ ਵਾਰੀ ਇਹ ਕੇਸ ਬਣਾਤਾ, ਇੱਕ ਬੰਦੇ ਨੂੰ ਸਜ਼ਾ ਹੋ ਗਈ ਜੀ, ਦੂਜੀ ਵਾਰੀ ਬਣਾਓਗੇ ਤੇ ਬਣਨਾ ਨਹੀਂ, ਘਟਨਾਵਾਂ ਇਹੋ ਜਿਹੀਆਂ ਵਾਰ-ਵਾਰ ਹੋਣੀਆਂ। ਤੁਹਾਡੀ ਸਰਕਾਰ ਹੈ ਪੰਜਾਬ 'ਚ, ਤੁਸੀਂ ਇਹਨਾਂ ਨੂੰ ਕਹਿ ਕੇ ਸਖਤ ਸਜ਼ਾ ਵੈਸੇ ਕਰਾ ਲਓ। ਬਾਦਲ ਸਾਹਿਬ ਮੁੱਖ ਮੰਤਰੀ ਸੀ, ਉਹ ਮੁੱਦਾ ਫਿਰ ਇਸ ਪਾਸੇ ਨੂੰ ਚਲਾ ਗਿਆ ਸੀ। ਉਹ ਜਿਹੜਾ ਕੇਸ ਚੱਲਦਾ ਪਿਆ ਸੀ ਉਹਦੀ 8 ਤਰੀਕ ਰੱਖ ਦਿੱਤੀ ਹੈ ਜੱਜ ਸਾਹਿਬ ਨੇ। ਉਹ ਦਿਨ ਸਾਰੀ ਸੁਣਵਾਈ ਮੁਕੰਮਲ ਕਰਕੇ ਤੇ ਹੁਕਮ ਦੀ ਤਰੀਕ ਹੈ, ਅੱਜ 6 ਹੋ ਗਈ ਹੈ, ਪਰਸੋਂ ਨੂੰ ਫੈਸਲਾ ਆ ਜਾਏਗਾ ਜੀ ਕੀ ਹੁੰਦਾ। ਦੋਵੇਂ ਤਰ੍ਹਾਂ ਆਪੋ ਆਪਣੀ ਥਾਂ ਪੂਰਾ ਧਿਆਨ ਗੱਡੀ ਬੈਠੀਆਂ ਨੇ ਜੀ। ਧਿਆਨ ਇੱਕ ਪਾਸੇ ਹੋਰ ਜਾਂਦਾ ਹੈ ਮੋਹਨ ਭਾਗਵਤ ਉਹਨਾਂ ਦੇ ਬਿਆਨ ਤੇ, ਕਿਉਂਕਿ ਮੋਹਨ ਭਾਗਵਤ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਚਰਚਾ ਛਿੜ ਗਈ ਹੈ। ਕੋਈ ਕਹਿੰਦਾ ਇਹ ਵਿਵਾਦਿਤ ਬਿਆਨ ਹੈ, ਕੋਈ ਕਹਿੰਦਾ ਰਾਜਨੀਤੀ ਨੂੰ ਲੈ ਕੇ ਕੀਤਾ, ਯੂਪੀ ਦੀਆਂ ਚੋਣਾਂ ਆ ਰਹੀਆਂ ਇਸ ਕਰਕੇ ਕੀਤਾ। RSS ਦਾ ਲੀਡਰ ਹੈ ਜੀ, ਮੋਹਨ ਭਾਗਵਤ ਤੇ ਅੱਜ ਆਇਆ। ਇਹ ਤੋਂ ਪਹਿਲਾਂ ਹੁਣ ਤਾਂ ਸਦੀ ਹੋ ਚੱਲੀ ਹੈ, ਜਦੋਂ RSS ਬਣੀ ਉਦੋਂ ਇਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਹਿੰਦੁਸਤਾਨ ਵਿੱਚ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਜੀ। ਕਿਤਾਬਾਂ ਲਿਖੀਆਂ ਗਈਆਂ ਸੀ ਹਿੰਦੂ ਰਾਸ਼ਟਰ ਹੀ ਕਿਉਂ। ਗੁਰੂ ਗੋਲਵਾਲਕਰ ਸੀ ਇਹਨਾਂ ਦਾ, ਉਹਨੇ ਲਿਖੀਆਂ ਸੀ। ਉਸ ਤੋਂ ਬਾਅਦ ਲਗਾਤਾਰ ਇਹ ਕਰਦੇ ਆ। ਜਿਹੜੀ ਮੌਜੂਦਾ ਪੀੜ੍ਹੀ ਹੈ RSS ਦੀ, ਉਹ ਨਰਿੰਦਰ ਮੋਦੀ ਛਾਪ ਹੈ। ਹਾਲਾਂਕਿ ਨਰਿੰਦਰ ਮੋਦੀ ਨੂੰ ਮੋਹਨ ਭਾਗਵਤ ਛਾਪ ਹੋਣਾ ਚਾਹੀਦਾ ਜੀ। ਵਾਜਪਾਈ ਤੱਕ ਹੀ RSS ਦੇ ਪਿੱਛੇ ਚੱਲਦੇ ਸੀ। ਵਾਜਪਾਈ ਤੋਂ ਬਾਅਦ ਜਦੋਂ ਦਾ ਮੋਦੀ ਉੱਭਰਿਆ, RSS ਇਹਨਾਂ ਦੇ ਪਿੱਛੇ ਚੱਲਦੀ। ਇਹ ਜਿਹੜੀ ਮੋਦੀ ਛਾਪ ਪੀੜ੍ਹੀ ਆ, ਇੱਕ ਦਿਨ ਆਪਣੇ ਬੰਦਿਆਂ ਨੂੰ ਉਕਸਾਉਂਦੇ ਆ ਘੱਟ ਗਿਣਤੀਆਂ ਦੇ ਖਿਲਾਫ ਜੀ। ਇਹ ਘੱਟ ਗਿਣਤੀਆਂ ਹੁੰਦੀਆਂ ਕੌਣ? ਇਹ ਸਿਰ ਕਿਉਂ ਚੁੱਕਦੇ ਆ? ਇੱਥੇ ਹਿੰਦੂ ਪਹਿਲੇ ਦਰਜੇ ਦੇ ਸ਼ਹਿਰੀ ਆ, ਬਾਕੀਆਂ ਨੂੰ ਅਸੀਂ ਨਹੀਂ ਮੰਨਦੇ। ਦੂਸਰੇ ਦਿਨ ਕਹਿਣ ਲੱਗ ਪੈਂਦੇ ਆ ਹਿੰਦੁਸਤਾਨ 'ਚ ਜਿੰਨੀਆਂ ਵੀ ਘੱਟ ਗਿਣਤੀਆਂ ਨੇ, ਘੱਟ ਗਿਣਤੀਆਂ ਕਾਹਦੀਆਂ, ਇਹ ਵੀ ਹਿੰਦੁਸਤਾਨੀ ਨੇ, ਇੱਥੇ ਪੈਦਾ ਹੋਇਆ, ਇਹਨਾਂ ਦਾ ਸਾਡਾ DNA ਇੱਕੋ ਆ। ਜੇ DNA ਇੱਕੋ ਆ ਤੇ ਫਿਰ ਉਹਨਾਂ ਦੇ ਖਿਲਾਫ ਤੁਸੀਂ ਝੰਡਾ ਕਿਉਂ ਚੁੱਕਦੇ ਆ? ਫਿਰ ਉਹਨਾਂ ਨੂੰ ਇਹ ਕਿਉਂ ਕਹਿੰਦੇ ਆ ਕਿ ਤੁਹਾਡਾ ਹਿੰਦੂਕਰਨ ਕਰਨਾ ਜੀ। ਫਿਰ ਜਿਹੜੇ ਯੋਗੀ ਆਦਿੱਤਿਆਨਾਥ ਨੇ ਇਹ ਲਹਿਰ ਚਲਾਈ ਸੀ ਕਿ ਮੁਸਲਮਾਨਾਂ 'ਚ ਜਿਨ੍ਹਾਂ ਦੇ ਵੱਡੇ ਵਡੇਰੇ ਗਏ ਸੀ ਉਹਨਾਂ ਦੀ ਘਰ ਵਾਪਸੀ ਕਰਾਉਣੀ ਆ ਤੇ ਹਿੰਦੂ ਧਰਮ 'ਚ ਵਾਪਸ ਲਿਆਉਣੇ ਆ। ਇਹੋ ਜਿਹੀ ਲਹਿਰ ਚਲਾਉਣ ਵਾਲਿਆਂ ਨੂੰ ਤੁਸੀਂ ਮੁੱਖ ਮੰਤਰੀ ਕੋ ਬਣਾਤਾ। ਯਾਨੀ ਦੋਗਲਾ ਕਿਰਦਾਰ ਆ ਇਸ ਵੇਲੇ ਦੀ RSS ਦੀ ਲੀਡਰਸ਼ਿਪ ਦਾ, ਔਰ ਉਸ ਕਿਰਦਾਰ ਤੇ ਮੋਦੀ ਛਾਪ ਲੱਭਦੀ ਹੈ। ਇਹਦੇ ਤੋਂ ਪਹਿਲਾਂ ਜਿਹੜਾ ਦੋਗਲਾ ਕਿਰਦਾਰ ਹੈ, ਇਹਦੀ ਸ਼ੁਰੂਆਤ ਹੋਈ ਸੀ ਉਦੋਂ ਜਦੋਂ ਇੰਦਰਾ ਗਾਂਧੀ ਨੇ ਭਾਰਤ ਵਿੱਚ ਐਮਰਜੈਂਸੀ ਲਾਈ 1975-76 'ਚ। RSS ਦਾ ਮੁਖੀ ਹੁੰਦਾ ਸੀ ਬਾਲਾ ਸਾਹਿਬ ਦੇਵਰਾਸ। ਉਹਨੇ ਉਦੋਂ ਇੱਕ ਚਿੱਠੀ ਲਿਖ ਦਿੱਤੀ ਸੀ ਇੰਦਰਾ ਗਾਂਧੀ ਨੂੰ, ਜਿਸ ਤੇ ਬੜਾ ਵਿਵਾਦ ਛਿੜਿਆ ਸੀ ਕਿ ਤੁਸੀਂ ਸਾਡੇ RSS ਤੇ ਪਾਬੰਦੀ ਕਿਉਂ ਲਾਉਂਦੇ ਹੋ ਜੀ। ਅਸੀਂ ਤਾਂ ਤੁਹਾਡੇ ਨਾਲ ਮਿਲ ਕੇ ਤੁਹਾਡੇ ਕਾਂਗਰਸ ਦੇ 20 ਨੁਕਤੇ ਤੇ ਯੂਥ ਕਾਂਗਰਸ ਦੇ 5 ਨੁਕਤੇ, ਜਿਹੜਾ ਤੁਹਾਡਾ 25 ਨੁਕਾਤੀ ਪ੍ਰੋਗਰਾਮ, ਅਸੀਂ ਤੇ ਵਿਕਾਸ ਦੀ ਸੰਭਾਵਨਾਵਾਂ 'ਚ ਤੁਹਾਡੇ ਨਾਲ ਮਿਲ ਕੇ ਚੱਲਣਾ ਚਾਹੁੰਦੇ। ਉਦੋਂ ਬਾਲਾ ਸਾਹਿਬ ਦੇਵਰਾਸ ਨੇ ਐਮਰਜੈਂਸੀ ਹਟਣ ਤੋਂ ਬਾਅਦ ਇੱਕ ਗੱਲ ਕਹੀ ਸੀ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਵੀ RSS ਦੇ ਵਿੱਚ ਭਰਤੀ ਕਰਨਾ ਚਾਹੀਦਾ ਤਾਂ ਕਿ ਉਹ ਸਾਡੀ ਮੁੱਖ ਧਾਰਾ 'ਚ ਆ ਜਾਣ ਜੀ। ਤੇ ਉਹਦੀ ਇਸ ਸੋਚ ਨੂੰ ਜਦੋਂ ਉਹਨੇ ਪ੍ਰੋਜੈਕਟ ਕੀਤਾ ਤੇ RSS ਦੇ ਲੀਡਰ ਦੱਤੋਪੰਤ ਠੇਂਗੜੀ ਤੇ ਉਹਦੇ ਨਾਲ ਦਿਆਂ ਸਾਰਿਆਂ ਨੇ ਆਖਿਆ, ਉਸ ਗਰੁੱਪ ਸਾਰਿਆਂ ਨੇ ਜਿਨ੍ਹਾਂ ਦੀ ਅਗਵਾਈ ਦੱਤੋਪੰਤ ਠੇਂਗੜੀ ਕਰਦਾ ਸੀ, ਉਹਨਾਂ ਨੇ ਆਖਿਆ ਫਿਰ ਤੂੰ ਇੱਕ ਨਵੀਂ RSS ਵੱਖਰੀ ਬਣਾ ਲਾ। ਸਾਡੀ RSS ਤੇ ਉਹ ਹੈ ਜਿਹੜੀ ਗੁਰੂ ਗੋਲਵਲਕਰ ਤੋਂ ਚੱਲਦੀ ਆਈ, ਡਾਕਟਰ ਹੈਡਗੇਵਾਰ ਤੋਂ ਚੱਲਦੀ ਆਈ ਆ। ਅੱਜ ਤੱਕ ਦੀ ਸਾਡੀ ਉਸ ਵਿਚਾਰਧਾਰਾ 'ਚ ਤੇਰੀ ਇਹ ਵਿਚਾਰਧਾਰਾ ਫਿੱਟ ਨਹੀਂ ਆਉਂਦੀ। ਜੀ।
ਹੁਣ ਅੱਜ ਕੱਲ੍ਹ ਮੋਹਨ ਭਾਗਵਤ ਲਗਭਗ ਉਹਦੇ ਨੇੜੇ ਤੇੜੇ ਦੀ ਉਹ ਦੋਗਲੀ ਜੀ ਵਿਚਾਰਧਾਰਾ ਪੇ ਰੱਖਣ ਦਾ ਯਤਨ ਕਰ ਰਿਹਾ। ਇਹ ਕੈਰਟ ਐਂਡ ਸਟਿਕ ਪਾਲਿਸੀ ਆ। ਵੀ ਖਾਣ ਨੂੰ ਗਾਜਰ ਵੀ ਵਿਖਾਓ ਤੇ ਸੋਟੀ ਵੀ ਨਾਲ ਰੱਖੋ ਜੀ, ਨਾਲੇ ਉਹਨਾਂ ਨੂੰ ਕੁੱਟੋ, ਨਾਲੇ ਕੋਈ ਗਊ ਤਿਆਦਾ ਕੋਈ ਬਹਾਨੇ ਬਣਾ ਕੇ ਨਾ ਗਊ ਭਗਤੀ ਦੇ ਨਾਂ ਦੇ ਉੱਤੇ ਮੁਸਲਮਾਨਾਂ ਤੇ ਹਮਲੇ ਨਹੀਂ ਕਰਨੇ ਚਾਹੀਦੇ। ਪਰ ਹਮਲੇ ਕਰਨ ਵਾਲਿਆਂ ਨੂੰ ਆਪਣੀਆਂ ਜਥੇਬੰਦੀਆਂ 'ਚ RSS ਦੀਆਂ ਕਈ ਜਥੇਬੰਦੀਆਂ ਨੇ, ਉਹਨਾਂ 'ਚ ਸ਼ਾਮਲ ਕਰਕੇ ਅਹੁਦੇ ਵੀ ਦੇ ਦਿਓ। ਇਹ ਜਿਹੜੀ ਡਬਲ ਗੇਮ ਉਹ ਖੇਡਦਾ ਪਿਆ, ਉਸ ਗੇਮ ਦਾ ਇਸ ਵੇਲੇ RSS ਦੇ ਅੰਦਰੋਂ ਵੀ ਵਿਰੋਧ ਹੋ ਰਿਹਾ, ਭਾਜਪਾ 'ਚੋਂ ਵੀ ਵਿਰੋਧ ਹੋ ਰਿਹਾ। ਅੱਜ ਤੀਸਰਾ ਦਿਨ ਹੈ ਉਹਦੇ ਬਿਆਨ ਦਿੱਤੇ ਨੂੰ, ਅਜੇ ਤੱਕ ਉਹਦਾ ਇਸ ਗੱਲ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਵੀ ਅਸੀਂ ਘੱਟ ਗਿਣਤੀਆਂ ਦੇ ਉਹ ਅਧਿਕਾਰ ਮੰਨਣ ਨੂੰ ਤਿਆਰ ਨਹੀਂ ਜਿਹੜੇ ਤੂੰ ਕਹਿਣ ਡਿਆ। ਇਹ DNA ਇੱਕ ਸਾਰਿਆਂ ਦਾ ਕਿੱਦਾਂ DNA ਇੱਕ ਹੋ ਸਕਦਾ ਨਾ, ਤੇ ਅਸੀਂ ਆਪਣੇ 'ਚ ਮੰਨਦੇ ਹੀ ਨਹੀਂ। ਯਾਨੀ ਇਹ ਵਿਵਾਦ ਜੇ ਵਧਿਆ ਤੇ ਮੈਨੂੰ ਜੋ ਲੱਗਦਾ ਅੱਗੇ ਇੱਕ ਦੋ ਮੌਕੇ ਇਹੋ ਜਿਹੇ ਆਏ ਆ ਜਦੋਂ ਵਿਵਾਦ ਵਧੇ ਤੇ ਫਿਰ ਮੁਖੀ ਨੂੰ ਜਾਂ ਝੁਕਣਾ ਪੈਂਦਾ ਹੁੰਦਾ ਜਾਂ ਉਹਦਾ ਛੱਡਣਾ ਵੀ ਪੈ ਸਕਦਾ ਜੀ। ਮੋਹਨ ਭਗਵਤ ਇਸ ਵੇਲੇ ਜਿੱਥੇ ਚਲਾ ਗਿਆ, ਜੇ ਤੇ ਮੋਦੀ ਉਹਦੇ ਮਗਰ ਖੜਾ ਰਿਹਾ ਡਟ ਕੇ ਤੇ ਫਿਰ ਤਾਂ ਦੂਜੇ ਝੁਕਣਗੇ, ਤੇ ਜੇ ਮੋਦੀ ਥੋੜਾ ਜਿਹਾ ਸਾਥ ਛੱਡ ਗਿਆ ਫਿਰ ਭਾਗਵਤ ਦੀ ਕੁਰਸੀ ਦਾਅ ਤੇ ਆ। ਮੁੜ ਕੇ ਕੋਈ ਨਵਾਂ ਬੰਦਾ ਆਊਗਾ RSS ਦਾ ਮੁਖੀ, ਇਹ ਨਹੀਂ ਰਹਿੰਦਾ। ਪਰ ਪੰਨੂ ਸਾਹਿਬ, ਇੱਕ ਗੱਲ ਹੋ ਰਿਹਾ, ਹਰਿਆਣੇ ਵਿੱਚ ਮਹਾਪੰਚਾਇਤ ਹੁੰਦੀ ਆ, ਉੱਥੋਂ ਵੀ ਇਹੀ ਗੱਲ ਨਿਕਲਦੀ ਹੈ। ਇੱਕ ਸ਼ਾਇਦ ਕਰਨੀ ਸੈਨਾ ਵਾਲਾ ਕੋਈ ਸੀਗਾ, ਉਹਨੇ ਵੀ ਇਦਾਂ ਦਾ ਬਿਆਨ ਦਿੱਤਾ ਹੈ। ਇਦਾਂ ਦੀਆਂ ਕਰਨੀ ਸੈਨਾ ਕਈ ਨੇ ਜੀ। ਇਹ ਕਈ ਤੇ ਇਹੋ ਜਿਹੇ ਜਿਹੜੇ ਫਿਲਮ ਸਟਾਰਾਂ ਦੇ ਮਗਰ ਹੀ ਪੈ ਰਹਿੰਦੇ ਆ। ਪਦਮਾਵਤੀ ਫਿਲਮ ਆ ਜਾਵੇ ਤੇ ਉਹਦੇ ਖਿਲਾਫ ਕਰਨੀ ਸੈਨਾ ਫਲਾਨੀ ਸੈਨਾ ਸਾਰੀਆਂ ਰੌਲਾ ਪਾਉਂਦੀਆਂ ਨੇ ਜੀ। ਫਿਰ ਸਮਝੌਤਾ ਕਿੱਥੇ ਹੁੰਦਾ? ਇੱਕ ਬਿਹਾਰੀ ਪਿੱਛੋਂ ਬੁਝਾ ਦਿਓ, ਪਦਮਾਵਤੀ ਦੇ ਵਿੱਚੋਂ ਬਿਹਾਰੀ ਬੁਝਾ ਕੇ ਉਹਦਾ ਨਾਮ ਪਦਮਾਵਤ ਰੱਖ ਦਿਓ ਤੇ ਫਿਲਮ ਚੱਲ ਗਈ ਜੀ। ਤੇ ਜੇ ਇੰਨੀ ਗੱਲ ਸੀ ਤੇ ਰੇੜਕਾ ਪਾਉਣ ਦੀ ਕੀ ਲੋੜ ਸੀ? ਗੱਲ ਤਾਂ ਸਹੀ ਹੈ। ਸਾਰੀ ਫਿਲਮ ਉਹ ਚਲਾਤੀ। ਹੁਣ ਵੀ ਇਹ ਜਿਹੜੀਆਂ ਇਦਾਂ ਦੀਆਂ ਸੈਨਾਵਾਂ ਬਣੀਆਂ ਨੇ, ਇਹ ਸਾਰੇ ਆਪਣੇ ਆਪ ਨੂੰ ਸੈਨਾ ਆਖਣ ਵਾਲੇ ਕਦੇ ਬਾਰਡਰਾਂ ਤੇ ਲੜਨ ਥੋੜਾ ਜਾਂਦੇ ਆ। ਬਾਰਡਰਾਂ ਤੇ ਲੜਨ ਵਾਸਤੇ ਤਾਂ ਇਹਨਾਂ ਨੇ ਗਰੀਬਾਂ ਦੇ, ਕਿਸਾਨਾਂ, ਮਜ਼ਦੂਰਾਂ ਦੇ ਪੁੱਤ ਰੱਖੇ ਆ। ਇਹ ਸੈਨਾਵਾਂ ਤੇ ਇੱਥੇ ਧਮੱਚੜ ਪਾਉਣ ਵਾਲੀਆਂ ਨੇ। ਇਹ ਧਮੱਚੜ ਸੈਨਾ ਜਿੰਨੀਆਂ ਕੁ ਨੇ, ਉਹਨਾਂ 'ਚੋਂ ਕੌਣ ਕੀ ਕਹਿੰਦਾ, ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਜੀ। ਚਲੋ ਅਸੀਂ ਬਿਜਲੀ ਸਮਝੌਤਿਆਂ ਦੀ ਗੱਲ ਕਰਦੇ ਹਾਂ, ਕਿਉਂਕਿ ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਇੱਕ ਪਾਸੇ ਸੰਕਟ ਹੈ, ਦੂਸਰੇ ਪਾਸੇ ਰਾਜਨੀਤੀ ਹੈ। ਵੱਖ-ਵੱਖ ਪਾਰਟੀਆਂ ਹੁਣ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰ ਰਹੀਆਂ। ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਆ ਕਿ ਸਾਡੇ ਵੇਲੇ ਸਾਰਾ ਕੁਝ ਸਹੀ ਸੀ, ਇਹ ਕਾਂਗਰਸ ਸਰਕਾਰ ਵਾਰੀ ਸਾਰਾ ਕੁਝ ਕੰਮ ਖਰਾਬ ਹੋਇਆ। ਜੇ ਹੋਇਆ ਤਾਂ ਫਿਰ ਵਾਈਟ ਪੇਪਰ ਵਾਲੀ ਗੱਲ ਫਿਰ ਦੁਬਾਰਾ ਉੱਠਦੀ ਹੈ। ਰੌਲਾ ਪੈਂਦਾ ਪਿਆ ਸੀ, ਸਾਰਿਆਂ ਨੂੰ ਪਤਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਸਮਝੌਤੇ ਗਲਤ ਹੋਏ ਆ ਜੀ। ਸਾਰਿਆਂ ਨੂੰ ਪਤਾ ਕਿ ਉਹਨਾਂ ਸਮਝੌਤਿਆਂ 'ਚ ਉਹਨਾਂ ਕੰਪਨੀਆਂ ਨੂੰ ਇਹੋ ਜਿਹੀਆਂ ਛੋਟਾਂ ਦਿੱਤੀਆਂ ਗਈਆਂ ਜਿਹੜੀਆਂ ਹਿੰਦੁਸਤਾਨ ਦੀ ਕਿਸੇ ਸਰਕਾਰ ਨੇ ਨਹੀਂ ਦਿੱਤੀਆਂ। ਸਾਰਿਆਂ ਨੂੰ ਸ਼ੱਕ ਹੈ ਕਿ ਇਹਦੇ 'ਚ ਕੋਈ ਲੈਣ ਦੇਣ ਹੋਇਆ। ਇਹਦੇ ਬਾਰੇ ਇੰਨੇ ਚਿਰ ਦਾ ਰੌਲਾ ਪੈਂਦਾ ਪਿਆ, ਹੁਣ ਤਾਂ ਸਾਲ ਤੋਂ ਵੱਧ ਹੋਇਆ ਉਸ ਰੌਲੇ। ਬਲਕਿ ਜੇ ਸਾਲ ਤੋਂ ਵੱਧ ਕਿਉਂ ਕਹਿੰਦੇ ਆ, ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਦੋਂ ਦੇ ਸਮਝੋ, ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਆ ਕੇ ਸਮਝੌਤੇ ਬਦਲ ਦਿਆਂਗੇ, ਸੋਧ ਦਿਆਂਗੇ। ਸੋਧੇ ਨਹੀਂ। ਹੁਣ ਤਾਂ 4.25 ਸਾਲ ਹੋ ਗਏ ਆ, ਪਰ ਪਿਛਲੇ 1 ਸਾਲ ਤੋਂ ਇਹ ਮੁੱਦਾ ਬਹੁਤ ਭਾਰੂ ਹੈ। ਹੁਣ ਤੱਕ ਸੁਖਬੀਰ ਸਿੰਘ ਬਾਦਲ ਇਹਦੇ ਉੱਤੇ ਚੁੱਪ ਵੱਟ ਕੇ ਰਿਹਾ ਵੀ ਜਿਹਨਾਂ ਲੜਨਾ ਲੜੀ ਜਾਓ, ਜਿਹਨਾਂ ਬੋਲਣਾ ਬੋਲੀ ਜਾਓ, ਜੋ ਆਖਣਾ ਆਖੀ ਜਾਓ, ਮੈਨੂੰ ਕੀ ਜੀ, ਤੁਸੀਂ ਜਾਣੋ, ਸਰਕਾਰ ਜਾਣੇ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਇੰਨਾ ਪ੍ਰੈਸ਼ਰ ਹੈ ਕਿ ਕਾਂਗਰਸੀਆਂ ਦੀ ਬਗਾਵਤ ਰੋਕਣ ਵਾਸਤੇ ਕਾਂਗਰਸ ਹਾਈ ਕਮਾਂਡ ਨੇ 18 ਨੁਕਾਤੀ ਪ੍ਰੋਗਰਾਮ ਦੇ ਦਿੱਤਾ ਤੇ ਆਖਿਆ ਉਹਦੇ 'ਚ ਇੱਕ ਨੁਕਤਾ ਇਹ ਵੀ ਹੈ ਕਿ ਬਿਜਲੀ ਸਮਝੌਤੇ ਸੁਧਨੇ ਪੈਣਗੇ। ਜਦੋਂ ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ਵਿੱਚੋਂ ਵੀ ਫਾਈਲਾਂ ਇਹ ਬੋਲਦੀਆਂ ਪਈਆਂ ਨੇ ਕਿ ਸਮਝੌਤੇ ਗਲਤ ਹੋਏ ਨੇ, ਜਦੋਂ ਨਵਜੋਤ ਸਿੰਘ ਸਿੱਧੂ ਵੀ ਇਹ ਕਹਿੰਦਾ ਤੇ ਆਮ ਆਦਮੀ ਪਾਰਟੀ ਵੀ ਇਹ ਕਹਿੰਦੀ ਆ ਤੇ ਕਿਸਾਨਾਂ ਦੇ ਜਿਹੜੇ ਸੰਗਠਨ ਨੇ ਉਹ ਵੀ ਇਹ ਕਹਿੰਦੇ ਪਏ ਆ, ਉਦੋਂ ਅਚਾਨਕ ਸੁਖਬੀਰ ਸਿੰਘ ਬਾਦਲ ਬੋਲ ਪਿਆ। ਉਹ ਆਪ ਬੋਲਿਆ ਜਾਂ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ ਜੀ। ਸੁਖਬੀਰ ਸਿੰਘ ਬਾਦਲ ਬੋਲਿਆ ਕਿ ਉਹਦੇ ਅੰਦਰੋਂ ਉਹ ਕੰਪਨੀਆਂ ਬੋਲੀਆਂ ਨੇ ਜਿਨ੍ਹਾਂ ਨਾਲ ਅੱਖ ਮਟਕਾ ਸੀ, ਜਿਨ੍ਹਾਂ ਨਾਲ ਸਮਝੌਤੇ ਕੀਤੇ ਸੀ, ਤੇ ਮੈਨੂੰ ਪਤਾ ਨਹੀਂ ਜੀ। ਜੇ ਸੁਖਬੀਰ ਸਿੰਘ ਇਸ ਮੁੱਦੇ ਤੇ ਚੁੱਪ ਕੀਤਾ ਰਹਿੰਦਾ, ਤੁਸੀਂ ਜਾਣੋ ਤੇ ਕੰਪਨੀਆਂ ਜਾਣਨ, ਮੈਂ ਜੋ ਕਰਨਾ ਸੀ ਕਰ ਗਿਆ, ਤੁਹਾਨੂੰ ਗਲਤ ਲੱਗਦਾ ਬਦਲ ਦਿਓ, ਕਰ ਸਕਦਾ ਸੀ ਜੀ। ਪਰ ਉਹਦਾ ਬੋਲਣਾ ਜਿਹੜਾ ਉਹਨੇ ਕੱਲ ਦਾ, ਉਹਨੂੰ ਇੱਕ ਤਰ੍ਹਾਂ ਨਾਲ ਲੋਕਾਂ 'ਚ ਹੋਰ ਬੁਰਾ ਬਣਾਤਾ। ਹਰ ਕੋਈ ਇਹ ਕਹਿੰਦਾ ਕਿ ਇਹਦਾ ਬੋਲਣਾ ਦੱਸਦਾ ਕਿ ਬੋਲਣ ਦੇ ਪਿੱਛੇ ਕਿਸੇ ਕਿਸਮ ਦਾ ਉਹਨਾਂ ਕੰਪਨੀਆਂ ਦਾ ਦਬਾਅ ਹੈ।
ਨਹੀਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਅਜੇ ਇਸ ਮੁੱਦੇ ਦੇ ਉੱਤੇ ਚੁੱਪ ਤੋੜਨ ਦੀ ਇਹੋ ਜਿਹੀ ਲੋੜ ਹੈ ਨਹੀਂ ਸੀ ਜਿਹੜੀ ਲੋੜ ਉਹਨੇ ਵਿਖਾਈ ਹੈ। ਬਿਹਤਰ ਸੀ ਚੁੱਪ ਰਹਿੰਦਾ ਜੀ। ਇਹਨਾਂ ਕੰਪਨੀਆਂ ਦੇ ਸਮਝੌਤੇ ਆਂਧਰਾ ਪ੍ਰਦੇਸ਼ ਤੇਲੰਗਾਨਾ ਵਾਲਿਆਂ ਨੇ ਸੋਧੇ ਨੇ, ਦਿੱਲੀ 'ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਸੋਧੇ ਨੇ ਜੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹੁਣ ਤੱਕ ਨਹੀਂ ਸੋਧੇ ਤੇ ਹੁਣ ਪ੍ਰੈਸ਼ਰ ਪੈਂਦਾ ਪਿਆ, ਕੱਲ ਨੂੰ ਉਹਨਾਂ ਨੂੰ ਸੋਧਣੇ ਪੈ ਸਕਦੇ ਆ, ਜੋ ਸੋਧਣ ਦੇ ਮੂਡ ਵਿੱਚ ਵੀ ਲੱਗਦੇ ਆ। ਤੇ ਜੇ ਮੂਡ ਵਿੱਚ ਵੀ ਲੱਗਦੇ ਆ ਇਹ ਮੁਸੀਬਤ ਤੇ ਉਹਨਾਂ ਦੀ ਆ ਨਾ। ਜੀ। ਹੁਣ ਸੁਖਬੀਰ ਸਿੰਘ ਬਾਦਲ ਦੀ ਤੇ ਮੁਸੀਬਤ ਹੀ ਕੋਈ ਨਹੀਂ, ਉਹਨਾਂ ਤੇ ਜੋ ਕਰਨਾ ਸੀ ਕਰ ਲਿਆ। ਇਹ ਬਦੋ ਬਦੀ ਕੱਲ ਵਾਲਾ ਬਿਆਨ ਦੇ ਕੇ ਉਹ ਆਪ ਬੁਰਾ ਬਣ ਗਿਆ ਜਾਂ ਕੰਪਨੀਆਂ ਨੇ ਇਹ ਬਿਆਨ ਦਵਾ ਕੇ ਤੇ ਉਹਨੂੰ ਇਹੋ ਜਿਹਾ ਬੁਰਾ ਬਣਾਤਾ, ਜਿਹੜੀ ਗੱਲ ਲੋਕਾਂ 'ਚ ਕੱਲ ਦੀ ਚੱਲ ਗਈ ਆ। ਹਰ ਕੋਈ ਕਹੀ ਜਾਂਦਾ ਜੀ ਆ ਬਿਆਨ ਹੀ ਦੱਸਦਾ ਜੀ ਕਿ ਇਹਦੇ ਪਿੱਛੇ ਕਾਰਨ ਕੀ ਆ, ਇਹ ਬਿਆਨ ਉਹਨੂੰ ਦੇਣਾ ਨਹੀਂ ਸੀ ਚਾਹੀਦਾ। ਪਰ ਪੰਨੂ ਸਾਹਿਬ ਇੱਕ ਗੱਲ ਜ਼ਰੂਰ ਹੈ ਕਿ ਕਰੰਟ ਜ਼ਰੂਰ ਹੈਗਾ, ਜਦੋਂ ਦਾ ਅਰਵਿੰਦ ਕੇਜਰੀਵਾਲ ਨੇ 300 ਯੂਨਿਟਾਂ ਦਾ ਐਲਾਨ ਕੀਤਾ ਉਸ ਤੋਂ ਅਰਵਿੰਦ ਬਾਅਦ ਕੇਜਰੀਵਾਲ ਠੀਕ ਹੈ, ਸਿਆਸੀ ਪੱਖ ਤੋਂ ਆਪਣਾ ਪੈਂਤਰਾ ਖੇਡ ਗਿਆ, ਉਹਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਨੇ ਦੇਣਾ ਤੇ ਉਹ ਦੇਵੇ। ਸੁਖਬੀਰ ਸਿੰਘ ਬਾਦਲ ਨੇ ਆਹ ਬਿਆਨ ਦੇ ਕੇ ਆਪਣੇ ਆਪ ਨੂੰ ਸੈਲਫ ਗੋਲ ਕਰ ਲਿਆ। ਇਹ ਬਿਆਨ ਉਹਨੂੰ ਨਹੀਂ ਸੀ ਦੇਣਾ ਚਾਹੀਦਾ। ਉਹ ਬਿਆਨ ਜੇ ਉਹਦੀ ਪਾਰਟੀ ਦੇ ਪੱਖ ਤੋਂ ਵੇਖਿਆ ਜਾਵੇ ਤੇ ਬਿਆਨ ਜੇ ਨਾ ਦਿੰਦਾ ਤੇ ਤਾਂ ਵੀ ਉਹਨੂੰ ਕੋਈ ਮਜਬੂਰ ਨਹੀਂ ਸੀ ਕਰ ਰਿਹਾ ਕਿ ਤੂੰ ਬੋਲ। ਉਹਦਾ ਬੋਲਣਾ ਦੱਸਦਾ ਕਿ ਉਹ ਕਿਸੇ ਪ੍ਰੈਸ਼ਰ ਥੱਲੇ ਸੀ। ਔਰ ਇਹ ਗੱਲ ਕੱਲ ਦੀ ਸਾਰੇ ਪਾਸੇ ਚਰਚਾ 'ਚ ਹੈ, ਬਿਲਕੁਲ ਅਫਸਰਾਂ ਦੇ ਸਰਕਲ ਵਿੱਚ ਵੀ ਚਰਚਾ 'ਚ ਹੈ, ਸਿਆਸੀ ਪਾਰਟੀਆਂ ਵਿੱਚ ਵੀ ਚਰਚਾ ਵਿੱਚ ਹੈ। ਔਰ ਦੱਬੀ ਜ਼ਬਾਨ ਵਿੱਚ ਬਹੁਤ ਸਾਰੇ ਲੋਕ ਇਹ ਕਹਿੰਦੇ ਪਏ ਆ ਕਿ ਜੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਲਿਆ ਜਿਹਦੇ ਬਾਰੇ ਪ੍ਰੈਸ਼ਰ ਪੈ ਰਿਹਾ, ਉੱਥੇ ਸਾਰੀਆਂ ਪਾਰਟੀਆਂ ਇੱਕ ਸੁਰ 'ਚ ਬੋਲਣਗੀਆਂ। ਔਰ ਅਕਾਲੀ ਦਲ ਦੇ ਵਿਧਾਇਕਾਂ ਤੋਂ ਵੀ ਆਪਣੇ ਪ੍ਰਧਾਨ ਜੀ ਦੇ ਕਹੇ ਸ਼ਬਦ, ਪ੍ਰਧਾਨ ਨੇ ਆਪ ਤਾਂ ਉੱਥੇ ਹੋਣਾ ਨਹੀਂ ਜੀ, ਤਾਂ ਪਾਰਲੀਮੈਂਟ ਮੈਂਬਰ ਹੈ, ਅਕਾਲੀ ਵਿਧਾਇਕਾਂ ਤੋਂ ਵੀ ਆਪਣੇ ਪ੍ਰਧਾਨ ਜੀ ਦੇ ਸ਼ਬਦ ਜਿਹੜੇ ਆ ਇਹਨਾਂ ਦੀ ਡਿਫੈਂਸ ਨਹੀਂ ਕੀਤੀ ਜਾ ਸਕਦੀ। ਉਮੀਦ ਹੈ ਕਿ ਜੇਕਰ ਵਿਸ਼ੇਸ਼ ਸੈਸ਼ਨ ਸੱਦਦੇ ਆ ਤਾਂ ਫਿਰ ਉੱਤੇ ਕੋਈ ਨਾ ਕੋਈ ਗੱਲ ਜ਼ਰੂਰ ਕਰਨਗੇ, ਘੰਟੀਆਂ ਨਹੀਂ ਵਜਾਉਣਗੇ ਸਾਈਕਲ ਦੀਆਂ। ਪਰ ਸਾਹਿਬ ਅਫਗਾਨਿਸਤਾਨ ਦੀ ਗੱਲ ਕਰਦੇ ਆ, ਅਮਰੀਕਾ ਦੀ ਫੌਜ ਦੀ ਜਦੋਂ ਦੀ ਗੱਲ ਕੀਤੀ ਹੈ ਵਾਪਸੀ ਦੀ, ਉਸ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਵਿਗੜਦੇ ਜਾ ਰਹੇ ਆ। ਆਉਣ ਵਾਲੇ ਸਮੇਂ ਵਿੱਚ ਸਥਿਤੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ? ਅਫਗਾਨਿਸਤਾਨ ਇਸ ਤਰ੍ਹਾਂ ਦਾ ਦੇਸ਼ ਹੈ ਜਿਹਦੀਆਂ ਪਹਾੜੀਆਂ ਦੇ ਵਿੱਚ ਸੁਰੰਗਾਂ ਨੇ ਤੇ ਕੁਦਰਤੀ ਤੌਰ ਤੇ ਬਣੀਆਂ ਜੀ। ਉੱਥੇ ਜਾ ਕੇ ਕਬਜ਼ਾ ਤੇ ਕਈ ਕਰ ਸਕਦੇ, ਕਬਜ਼ਾ ਕਾਇਮ ਰੱਖਣਾ ਬਹੁਤ ਔਖਾ। ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਸਿੱਖ ਫੌਜ ਉਸ ਤੱਕ ਚਲੀ ਗਈ ਸੀ। ਜਦੋਂ ਅਮਰੀਕਾ ਵਾਲਿਆਂ ਨੇ ਵਰਲਡ ਟ੍ਰੇਡ ਸੈਂਟਰ ਤੇ ਆਪਣੇ ਟਾਵਰਾਂ ਦੇ ਉੱਤੇ ਜਹਾਜ਼ ਵੱਜਣ ਦੀ ਘਟਨਾ ਦਾ ਬਦਲਾ ਲੈਣ ਲਈ ਇੱਥੇ ਹਮਲਾ ਕੀਤਾ, ਉਹ ਸਮਝਦੇ ਸੀ ਅਸੀਂ ਅਫਗਾਨਿਸਤਾਨ ਨੂੰ ਝੁਕਾ ਲਾਂਗੇ। ਇੱਕ ਵਾਰੀ ਆ ਕੇ ਇਹਨਾਂ ਨੇ ਕੁੱਟ ਕੇ ਕੱਢ ਦਿੱਤੇ, ਪਰ ਉਹ ਉਹਨਾਂ ਸੁਰੰਗਾਂ ਦੇ ਵਿੱਚ ਰਹਿ ਕੇ ਵੀ ਲੜਦੇ ਰਹੇ। ਅਮਰੀਕਾ ਨੇ ਆ ਕੇ ਕਲਸਟਰ ਬੰਬ ਚਲਾਏ। ਕਲਸਟਰ ਬੰਬ ਕੀ ਹੁੰਦਾ? ਤੁਸੀਂ ਦੀਵਾਲੀ ਤੇ ਵੇਖਿਆ ਹੋਊਗਾ, ਇੱਕ ਪਟਾਕਾ ਉੱਪਰ ਜਾਂਦਾ, ਉੱਪਰ ਜਾ ਕੇ ਫਟ ਜਾਂਦਾ, ਉਹ 'ਚੋਂ 20-25 ਪਟਾਕੇ ਨਿਕਲਦੇ ਆ, ਫਿਰ ਉਹ 20-25 ਅੱਗੋਂ ਫਟਦੇ ਆ, ਇੱਕ ਦੇ ਵਿੱਚੋਂ 20-25 ਨਿਕਲਦੇ ਆ। ਇਹਦਾ ਮਤਲਬ ਜੇ ਉਹ 20 ਪਟਾਕੇ ਹੋਣ ਤੇ ਅੱਗੋਂ 20 ਉਹਨਾਂ 'ਚੋਂ ਨਿਕਲਣ, 20 400 ਬਣ ਜਾਂਦੇ ਜੀ। ਅਮਰੀਕਾ ਨੇ ਇਹੋ ਜਿਹੇ ਕਲਸਟਰ ਬੰਬ ਵੀ ਚਲਾਏ, ਜਿਹੜਾ ਇੱਕ ਜਾ ਕੇ ਜਿੱਥੇ ਫਟਦਾ ਉਹ 'ਚੋਂ 20-25 ਨਿਕਲਦੇ, ਉਹਨਾਂ 'ਚੋਂ ਮੁੜ ਕੇ 20-25 ਹੋਰ ਨਿਕਲਦੇ ਆ, ਵੀ ਚਾਰਜ ਫਿਰ ਸੁਰੰਗਾਂ ਦੇ ਵਿੱਚ ਹੋ ਜੂ। ਇਹ ਫਿਰ ਉਹਨਾਂ ਨੂੰ ਨਹੀਂ ਕੱਢ ਸਕੇ। ਇੰਨਾ ਕੁਛ ਹੋਣ ਤੋਂ ਬਾਅਦ ਅਖੀਰ ਅਮਰੀਕਾ ਵਾਲਿਆਂ ਨੂੰ ਮੰਨਣਾ ਪਿਆ ਕਿ ਅਸੀਂ ਅਫਗਾਨਿਸਤਾਨ ਤੇ ਕਬਜ਼ਾ ਨਹੀਂ ਰੱਖ ਸਕਦੇ, ਹੁਣ ਅਸੀਂ ਆਪਣੀਆਂ ਫੌਜਾਂ ਵਾਪਸ ਲੈ ਜਾਈਏ ਤੇ ਚੰਗਾ ਹੋ। ਉਹ ਤੁਰ ਪਏ ਨੇ। ਸਵਾਲ ਇਹ ਹੈ ਕਿ ਜਿਨ੍ਹਾਂ ਨੂੰ ਅਮਰੀਕਾ ਨੇ ਉੱਥੇ ਅੱਗੇ ਲਾ ਕੇ ਹੁਣ ਤੱਕ ਲੜਾਈ ਲੜੀ ਆ, ਜਿਹੜਾ ਅਸ਼ਰਫ ਗਨੀ ਹੈ ਇਸ ਵੇਲੇ ਰਾਸ਼ਟਰਪਤੀ, ਇਹਦਾ ਕੀ ਬਣੂ? ਕਿਸੇ ਵਕਤ 1977-78 ਦੇ ਵਿੱਚ ਰੂਸ ਵਾਲਿਆਂ ਨੇ ਇੱਥੇ ਆ ਕੇ ਦਖਲ ਦਿੱਤਾ ਸੀ, ਅਫਗਾਨਿਸਤਾਨ ਦੀ 에ਅਰ ਫੋਰਸ ਉਹਨਾਂ ਨਾਲ ਮਿਲ ਗਈ, ਉਹਨਾਂ ਕਮਿਊਨਿਸਟ ਰਾਜ ਬਣਾ ਦਿੱਤਾ। ਚੱਲਦਾ ਰਿਹਾ, ਲੜਾਈ ਉਹ ਵੀ ਲੜਦੇ ਰਿਹਾ ਸੀ, ਪਰ ਉਹਨਾਂ ਨੇ ਕਾਫੀ ਕੰਟਰੋਲ ਰੱਖਿਆ ਸੀ ਜੀ। ਅਮਰੀਕਾ ਮਦਦ ਕਰਦਾ ਸੀ ਬਾਗੀਆਂ ਦੀ, ਪਾਕਿਸਤਾਨ ਚ ਲਿਖ ਕੇ ਕਰਦਾ ਸੀ। ਅੱਜ ਜਹਾਦੀ ਤੇ ਤਾਲਿਬਾਨ ਸਾਰੇ ਇੱਥੋਂ ਹੀ ਪੈਦਾ ਹੋਏ ਸੀ। ਜਦੋਂ ਰੂਸ ਦੇ ਵਿੱਚ ਕਮਿਊਨਿਸਟ ਰਾਜ ਟੁੱਟ ਗਿਆ ਤੇ ਨਵੇਂ ਰਾਜ ਜਿਹੜਾ ਸੀ ਯੇਲਤਸਿਨ ਤੇ ਉਸ ਤੋਂ ਬਾਅਦ ਪੁਤਿਨ, ਇਹਨਾਂ ਨੇ ਅਫਗਾਨਿਸਤਾਨ ਦੇ ਕਮਿਊਨਿਸਟਾਂ ਦੀ ਮਦਦ ਨਹੀਂ ਕੀਤੀ। ਫਿਰ ਮੁਜਾਹਿਦੀਨ ਚੜ੍ਹ ਆਏ ਤੇ ਉਹਨਾਂ ਨੇ ਜਿਹੜਾ ਰੂਸ ਪੱਖੀ ਰਾਸ਼ਟਰਪਤੀ ਸੀ ਡਾਕਟਰ ਨਜੀਬੁੱਲਾ, ਅਜੇ 50 ਸਾਲਾਂ ਦਾ ਨਹੀਂ ਸੀ ਹੋਇਆ, ਜਦੋਂ ਉਹਨੂੰ ਜਾ ਕੇ ਮਾਰ ਕੇ ਤੇ ਖੰਭੇ ਤੇ ਟੰਗਤਾ ਤੇ ਸਾਰੀ ਦੁਨੀਆ ਦੇ ਸਾਹਮਣੇ ਰੋਜ਼ ਕਾਵਾਂ ਤੇ ਇੱਲਾਂ ਨੂੰ ਉਹਦਾ ਮਾਸ ਖਾਂਦਿਆਂ ਵੇਖਦੇ ਹੁੰਦੇ ਸੀ ਜੀ। ਹੁਣ ਜਿਨ੍ਹਾਂ ਨੂੰ ਅਮਰੀਕਾ ਵਾਲਿਆਂ ਨੇ ਦਾਅ ਤੇ ਲਾਤਾ ਤੇ ਛੱਡ ਚੱਲੇ ਆ, ਤਾਲਿਬਾਨ ਆ ਗਏ ਤੇ ਇਹਨਾਂ ਦਾ ਕੀ ਬਣੂ? ਆ ਪਿਛਲੇ 4 ਦਿਨਾਂ ਦੇ ਵਿੱਚ ਤਾਲਿਬਾਨ ਨੇ ਚੌਥਾ ਹਿੱਸਾ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ, ਕਈ ਜ਼ਿਲ੍ਹਿਆਂ ਤੇ ਕਬਜ਼ਾ ਕਰੀ ਜਾਂਦੇ ਆ।
ਤੇ ਤਾਜ਼ਾ ਰਿਪੋਰਟਾਂ ਇਹ ਨੇ ਕਿ ਇੱਥੋਂ ਜਿਹੜੇ ਅਫਗਾਨ ਫੌਜੀ ਹੁਣ ਤੱਕ ਤਾਲਿਬਾਨ ਨਾਲ ਲੜਦੇ ਸੀ, ਉਹ ਆਪਣੀਆਂ ਵਰਦੀਆਂ ਲਾ ਕੇ ਲੋਕਾਂ ਤੋਂ ਸਿਵਲ ਕੱਪੜੇ ਲੈ ਕੇ ਤੁਰਕਮੇਨਿਸਤਾਨ ਤੇ ਤਾਜਿਕਸਤਾਨ 'ਚ ਭੱਜੇ ਜਾਂਦੇ ਨੇ। ਉੱਥੇ ਜਾ ਕੇ ਠਾਰ ਲੈ ਰਹੇ ਨੇ ਜੀ ਕਿ ਸਾਨੂੰ ਤਾਲਿਬਾਨ ਨੇ ਮਾਰ ਦੇਣਾ। ਉਹ ਠਾਰ ਲੈ ਲੈਣਗੇ, ਉਹਨਾਂ ਦੇ ਘਰਦਿਆਂ ਨੂੰ ਮਾਰ ਦੇਣਗੇ। ਜੋ ਤਾਲਿਬਾਨ ਨੇ ਅੱਗੇ ਕੀਤਾ ਸੀ ਉਹ ਕੰਮ ਹੋਰ ਫਿਰ ਸ਼ੁਰੂ ਹੋ ਗਿਆ। ਕੋਈ ਔਰਤ ਇਕੱਲੀ ਨਹੀਂ ਬਾਹਰ ਨਿਕਲੇਗੀ, ਜੀ ਕੋਈ ਔਰਤ ਕੋਈ ਕਾਰੋਬਾਰ ਨਹੀਂ ਕਰੇਗੀ। ਜੇ ਔਰਤ ਕਾਰੋਬਾਰ ਨਹੀਂ ਕਰੇਗੀ, ਜਿਹਦਾ ਪਤੀ ਮਰ ਗਿਆ, ਪੁੱਤ ਮਰ ਗਿਆ, ਭਰਾ ਮਰ ਗਿਆ, ਸਾਰੇ ਮਰ ਗਏ ਨੇ, ਉਹ ਬੱਚੇ ਕਿੱਥੋਂ ਪਾਲੇਗੀ? ਤਾਲਿਬਾਨ ਦਾ ਅੱਗੇ ਰਾਜ ਸੀ, ਜਦੋਂ ਕੰਧਾਰ ਦੇ ਵਿੱਚ ਸਾਡਾ ਜਹਾਜ਼ ਅਗਵਾ ਕਰਕੇ ਲੈ ਗਏ ਸਨ, ਉਦੋਂ ਅਸੀਂ ਵੇਖਿਆ ਕਿ ਔਰਤਾਂ ਬਾਹਰ ਆ ਕੇ ਬੁਰਕੇ 'ਚ ਬੈਠ ਜਾਂਦੀਆਂ, ਉਹ 'ਚੋਂ ਸਿਰਫ ਹੱਥ ਕੱਢ ਕੇ ਮੰਗਦੀਆਂ ਸੀ, ਕੋਈ ਕੰਮ ਨਹੀਂ ਸੀ ਕਰ ਸਕਦੀਆਂ, ਆਪਣੇ ਖੇਤਾਂ ਵਿੱਚ ਵੀ ਕੰਮ ਨਹੀਂ ਸੀ ਕਰ ਸਕਦੀਆਂ। ਤਾਲਿਬਾਨ ਨੇ ਉੱਥੇ ਆ ਕੇ ਫੇਰ ਕੰਮ ਸ਼ੁਰੂ ਕਰਤਾ। ਜੇ ਅਮਰੀਕਾ ਨੇ ਇਹੋ ਕੁਝ ਕਰਨਾ ਸੀ, ਜੀ ਇੰਨੇ ਸਾਲ ਲਾ ਕੇ ਤੇ ਮੁੜ ਕੇ ਭੱਜਣਾ ਸੀ, ਤੇ ਫਿਰ ਉਹਨਾਂ ਨੂੰ ਬਲੀ ਦੇ ਬੱਕਰੇ ਕਿਉਂ ਬਣਾਇਆ? ਹੁਣ ਉਹ ਜਿਹੜੇ ਅਮਰੀਕਾ ਪੱਖੀ ਸਨ ਉੱਥੇ, ਜਿਹੜੇ ਅਜੇ ਤੱਕ ਉਹਦੇ ਕਹਿਣ ਦੇ ਉੱਤੇ ਲੜਾਈ ਲੜਦੇ ਪਏ ਸਨ, ਜੀ ਉਹ ਨਾ ਕੱਟੜਪੰਥੀਆਂ ਦੇ ਇੰਨੇ ਦਬਾਅ ਥੱਲੇ ਨੇ ਕਿ ਉਹ ਅਜੇ ਤੱਕ ਉਹ ਅਮਰੀਕਾ ਸਮਝਦਾ ਉਹਨਾਂ ਰਾਜ ਆ, ਉਹ ਆਪੋ ਆਪਣੀਆਂ ਰਾਜਧਾਨੀਆਂ 'ਚ ਆਪੋ ਆਪਣੇ ਮਹਿਲਾਂ 'ਚ ਨੇ, ਬਾਹਰ ਡਰਦੇ ਨਹੀਂ ਨਿਕਲਦੇ ਕਿ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ। ਇਹਨਾਂ ਹਾਲਾਤ 'ਚ ਅਮਰੀਕਾ ਜਾ ਰਿਹਾ। ਅਫਗਾਨਿਸਤਾਨ ਤੁਸੀਂ ਸਮਝ ਲਓ ਕਿ ਅਗਲਿਆਂ ਦਿਨਾਂ 'ਚ ਬਹੁਤ ਵੱਡੀ ਗੜਬੜ ਦਾ ਸ਼ਿਕਾਰ ਹੋਣ ਵਾਲਾ। ਜੀ ਉੱਥੇ ਇਹੋ ਜਿਹੇ ਹਾਲਾਤ ਬਣਨਗੇ ਜਿਹੜੇ ਹਾਲਾਤ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦੇਣਗੇ, ਇਹੋ ਜਿਹਾ ਨਰਕ ਬਣਾ ਦੇਣਗੇ ਜਿਹੜਾ ਅਜੇ ਤੱਕ ਦੁਨੀਆ ਨੇ ਵੇਖਿਆ ਨਾ ਹੋਵੇਗਾ। ਅੱਗੇ ਲਿਬਨਾਨ 'ਚ ਕੀ ਹੋਇਆ, ਸੀਰੀਆ 'ਚ ਕੀ ਹੋ ਗਿਆ? ਇਹ ਬੜੀ ਤਰੱਕੀ ਵਾਲੇ ਮੁਲਕ ਹੁੰਦੇ ਸੀ, ਜੀ ਸਭ ਰੁੜ ਗਏ ਆ। ਅਫਗਾਨਿਸਤਾਨ ਤੇ ਪਹਿਲਾਂ ਹੀ ਰੁੜਿਆ ਪਿਆ, ਉੱਥੇ ਹੋਰ ਹਾਲਾਤ ਵਿਗੜਨ ਵਾਲੇ। ਜੀ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ। ਆਪਾਂ ਨੂੰ ਸਭ ਬਹੁਤ ਬਹੁਤ ਧੰਨਵਾਦ। ਖਬਰਾਂ ਤੇ ਚਰਚਾ ਕਰਨ ਦੀ ਵੇਲਾ ਜਾਣ ਦਾ ਹੋ ਗਿਆ। ਸੋ ਪ੍ਰੋਗਰਾਮ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਨਾਲ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।